वाहेगुरु जी का खालसा वाहेगुरु जी की फतेह। जुगो जुग अटल सतगुरु श्री गुरु ग्रंथ साहिब जी महाराज जी के पवित्र चरणों च एकत्र हुई हाजरियां भर रहे गुरु का खास रूप गुरु खालसा साध संगत जीओ, वड्डिया भागां वाले हो। अमृत वेले तो गुरु चरणां च हाजरियां भर के अपने जीवन दीयां घड़ियां सतगुरां दे लेखे ला के सफला कर रहे। सतगुरां दे लेखे च लगा होया समा उस लेखे तो बचा लैंदा है जिहड़ा लेखा धर्मराज दी कचहरी विच बड़ा करड़ा हुंदा है। जिन्हां दे जीवन दा समा गुरु लेखे लग्या होवे वो उस लेखे तो सुतंत्र हो जांदे ने, मुक्त हो जांदे ने। इस तरह भी कह सकते हैं कि उन्हां दा वो लेखे दे जिहड़े कागज ने वो धर्मराय पाड़ दिंदा। धर्मराय दर कागज फारे जन नानक लेखा समझा। इस करके समा साडा जिहड़ा गुरु लेखे लग्या ये सफला हो रहा है। आसा जी दी वार दे रब्बी गुरबाणी दे कीर्तन रागी सिंघां दी रसना तो आप जी ने सरवण कीते हैं। अमृत वेले श्री मुखवाक दी दात सतगुरु जी ने बख्शिश की है। आओ कुछ समय लिए अपनियां सुरतियां बिरतियां गुरु चरनां नाल जोड़ के सतगुरु जी दे शब्द दी विचार नाल जुड़िए। एकाग्रता बनाओ ते आखो जी सतनाम श्री वाहेगुरु साहिब जी। सतनाम श्री वाहेगुरु साहिब जी। बिलावल महला पंजवा। एहो सागर सोई तरह जो हर गुण गाए। राग बिलावल है और पंजवें पातशाह धन श्री गुरु अर्जन देव साहिब जी का उच्चारण किया होया पावन पवित्र श्री मुखवाक शब्द है। ये सागर आ संसार समुंदर सागर जिहदे च विकारां दी अग होवे, विषयां दी गार नाल भरिया होवे, उहनूं भी कहंदे आ सर। इस सागर तो इस समुंदर तो ओही प्राणी तर सकते हैं ਜਿਹੜੇ उस हरि अकाल पुरख वाहिगुरु परमेश्वर के गुणां नूं गायन करते हैं। बड़े स्पष्ट बचन ने पंचम पातशाह दे और ये बचन इति ने वास्तविक ने ਇਹਦੇ ਚ रंचक भर भी किसी प्रकार के शक ते संदेह की गुंजाइश नहीं है। ये इति ने, सत ने और वास्तविक ने। इस संसार समुंदर तो तारी हो सकता जिहड़ा रब दे गुण गावे, क्योंकि रब्बी गुण गायन करन वालियां दे अंदर ही रब दे गुण उतरदे ने।
ਇਹਦੇ 'ਚ ਤਾਂ ਕੋਈ ਦੋ ਰਾਏ ਨਹੀਂ। ਜੈਸੇ ਨੂੰ ਸੇਵੀਏ ਤੈਸੇ ਹੋਈਦਾ ਨਾ। ਜਿਸ ਤਰ੍ਹਾਂ ਦੇ ਦੀ ਅਸੀਂ ਆਰਾਧਨਾ ਕਰਾਂਗੇ, ਜਿਸ ਤਰ੍ਹਾਂ ਦੇ ਅਸੀਂ ਸੇਵਨ ਕਰਾਂਗੇ, ਉਦਾਂ ਦੇ ਅਸੀਂ ਹੋ ਜਾਵਾਂਗੇ। ਤੋ ਰੱਬ ਦੇ ਗੁਣ ਜਿਸ ਤਰ੍ਹਾਂ ਦੇ ਵੀ ਗਾਇਨ ਕਰਾਂਗੇ, ਉਹ ਗੁਣ ਸਾਡੇ ਹਿਰਦੇ 'ਚ ਉਤਰਨਗੇ, ਸਾਡੇ ਹਿਰਦੇ 'ਚ ਪ੍ਰਵੇਸ਼ ਕਰਨਗੇ। ਇਸ ਕਰਕੇ ਇਹ ਸਪਸ਼ਟ ਹੈ ਕਿ ਜਿਹੜੇ ਜਿਹੜੇ ਮਾਈ ਭਾਈ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰਨਗੇ, ਉਹੀ ਪ੍ਰਾਣੀ ਇਸ ਮਾਤ ਲੋਕ ਤੋਂ, ਇਸ ਭਾਵ ਸਾਗਰ ਤੋਂ ਤਰਨਗੇ। ਸਾਧ ਸੰਗਤ ਕੈ ਸੰਗ ਵਸੈ, ਵਡ ਭਾਗੇ ਪਾਏ। ਸਾਧ ਸੰਗਤ ਦਾ ਜਿਹੜਾ ਇਹ ਸੰਗ ਹੈ, ਇਹ ਵੱਡ ਭਾਗਿਆਂ ਨੂੰ ਪ੍ਰਾਪਤ ਹੁੰਦਾ। ਸਾਧ ਸੰਗਤ ਦੀਆਂ ਘੜੀਆਂ ਹਰ ਇੱਕ ਨੂੰ ਨਹੀਂ ਮਿਲਦੀਆਂ। ਵੱਡ ਭਾਗੀ ਹਰ ਸੰਗਤ ਪਾਵੈ, ਬਿਨ ਭਾਗਾ ਸਤ ਸੰਗ ਨਾ ਲੱਭੈ। ਕਿੰਨੇ ਪ੍ਰਮਾਣ ਨੇ ਗੁਰਬਾਣੀ 'ਚ। ਜਿਨ੍ਹਾਂ ਦੇ ਵੱਡੇ ਭਾਗ ਹਨ, ਉਹਨਾਂ ਨੂੰ ਸਾਧ ਸੰਗਤ ਦੀਆਂ ਘੜੀਆਂ ਪ੍ਰਾਪਤ ਹੁੰਦੀਆਂ। ਇਹ ਸਾਧ ਸੰਗਤ ਵਿੱਚ ਵਸਣਾ, ਯਾਨੀ ਕਿ ਇਹਦਾ ਨਿਵਾਸ, ਪਾਤਸ਼ਾਹ ਕਹਿੰਦੇ ਵਡਭਾਗੀਆਂ ਨੂੰ ਪ੍ਰਾਪਤ ਹੁੰਦਾ, ਜਿਨ੍ਹਾਂ ਦੇ ਭਾਗ ਵੱਡੇ ਨੇ। ਆਪ ਸਮੂਹ ਮਾਈ ਭਾਈ ਦੇ ਪੂਰਬਲੇ ਜਨਮਾਂ ਦੇ ਕੀਤੇ ਭਾਗ ਸਵੱਲੇ ਹੋਏ ਨੇ ਕਿ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਸੰਗਤ ਆਪ ਸਾਰਿਆਂ ਨੂੰ ਪ੍ਰਾਪਤ ਹੋ ਰਹੀ ਹੈ। ਇਹ ਪੂਰਬਲੇ ਜਨਮਾਂ ਦੇ ਕੋਈ ਚੰਗੇ ਕਰਮ ਨੇ ਜਿਹੜੇ ਫਲ ਦੇ ਰਹੇ ਨੇ, ਜਿਨ੍ਹਾਂ ਦਾ ਇਹ ਫਲ ਪ੍ਰਾਪਤ ਹੋ ਰਿਹਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਵਿੱਚ ਜੁੜ ਕੇ ਬੈਠੇ ਆ, ਸਤਿਗੁਰਾਂ ਦੇ ਦਰਸ਼ਨ ਪਰਸ ਰਹੇ ਆ, ਗੁਰਬਾਣੀ ਸੁਣ ਰਹੇ ਆ, ਪੜ੍ਹ ਰਹੇ ਆ। ਇਸ ਕਰਕੇ ਆਪਣੇ ਹਿਰਦੇ ਵਿੱਚ ਇਹ ਜਿਹੜੀ ਬਿਰਤੀ ਧਾਰਨ ਕਰਕੇ ਰੱਖਣੀ ਚਾਹੀਏ ਕਿ ਸਾਡੇ ਕੋਈ ਭਾਗ ਸਵੱਲੇ ਨੇ ਕਿ ਸਾਨੂੰ ਗੁਰੂ ਕਾ ਸੰਗ ਪ੍ਰਾਪਤ ਹੋਇਆ। ਜਦੋਂ ਨਕਾਰਾਤਮਕ ਸੋਚ ਸਾਡੇ ਹਿਰਦੇ 'ਚ ਬਣਦੀ ਹੈ, ਜੀ ਸਾਡੇ ਤਾਂ ਕਰਮ ਹੀ ਮਾੜੇ ਨੇ, ਜੀ ਸਾਨੂੰ ਕਿੱਥੇ ਗੁਰੂ ਘਰ ਜਾਣਾ ਮਿਲਦਾ ਜੀ। ਜਿਹੜੇ ਬੰਦੇ ਇਦਾਂ ਦੀਆਂ ਗੱਲਾਂ ਕਰਦੇ ਨੇ, ਵਾਸਤਵਿਕ ਰੂਪ 'ਚ ਵਾਕਈ ਉਹਨਾਂ ਦੇ ਕਰਮ ਮਾੜੇ ਨੇ। ਜੋ ਕਹਿੰਦੇ ਨੇ ਨਾ ਜੀ ਸਾਡੇ ਤਾਂ ਕਰਮਾਂ 'ਚ ਕਿੱਥੇ ਜੀ, ਸਾਡੇ ਕਰਮ ਮਾੜੇ ਨੇ ਜੀ, ਸਾਨੂੰ ਕਿੱਥੇ ਸੰਗਤ ਮਿਲਦੀ ਹੈ ਗੁਰੂ ਘਰ ਦੀ, ਵਾਕਈ ਮਾੜੇ ਨੇ। ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਹੈ, ਉਹ ਤਾਂ ਦੇਸੀ ਰਿਹਾ। ਤੇ ਜੇ ਉਹ ਆਖੇ ਸਾਡੇ ਕਰਮ ਮਾੜੇ ਨੇ ਜੀ, ਅਸੀਂ ਸੰਗਤ 'ਚ ਜਾ ਹੀ ਨਹੀਂ ਸਕਦੇ, ਤੇ ਸਦਾ ਮਾੜੇ ਨਹੀਂ ਰਹਿੰਦੇ। ਗੁਰੂ ਅੱਗੇ ਮਿੰਨਤ ਤਰਲਾ ਕਰਕੇ ਚੰਗੇ ਵੀ ਹੋ ਸਕਦੇ ਨੇ। ਇਹ ਬਹਾਨਾ ਵੀ ਹੁੰਦਾ ਇੱਕ ਪ੍ਰਕਾਰ ਦਾ। ਜੇ ਗੁਰੂ ਅੱਗੇ ਮਿੰਨਤ ਕਰੇ, ਤਰਲਾ ਕਰੇ, ਮਹਾਰਾਜ ਕਿਰਪਾ ਕਰੋ, ਸਾਡੇ ਮਾੜੇ ਕਰਮਾਂ ਦਾ ਨਾਸ਼ ਕਰੋ, ਆਪਣੀ ਸੰਗਤ ਪ੍ਰਦਾਨ ਕਰੋ, ਤੇ ਫਿਰ ਸਤਿਗੁਰੂ ਜੀ ਕਿਰਪਾ ਕਰਦੇ ਨੇ, ਸਵੱਲੇ ਕਰਮ ਵੀ ਬਣਾ ਦਿੰਦੇ ਨੇ। ਤੋ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਕਿ ਵੱਡਿਆਂ ਭਾਗਾਂ ਵਾਲਿਆਂ ਨੂੰ ਸਾਧ ਸੰਗਤ ਦਾ ਸੰਗ ਪ੍ਰਾਪਤ ਹੁੰਦਾ ਹੈ। ਸੁਣ ਸੁਣ ਜੀਵੈ ਦਾਸ, ਤੁਮ ਬਾਣੀ ਜਨ ਆਖੇ। ਸੁਣ ਸੁਣ ਜੀਵੈ ਦਾਸ ਤੁਮ, ਮਹਾਰਾਜ ਮੈਂ ਤੁਹਾਡਾ ਦਾਸ ਹਾਂ। ਜਿਹੜਾ ਤੁਮ ਸ਼ਬਦ ਹੈ ਨਾ, ਇਹ ਦਿਲੀ ਦੀਪਕ ਨਿਆਏ ਹੈ। ਕੁਝ ਨਿਆਏ ਹੁੰਦੇ ਨੇ, ਉਹਨਾਂ ਨਿਆਇਆਂ ਦੇ ਅਨੁਸਾਰ ਵਿਚਾਰਾਂ ਹੁੰਦੀਆਂ। ਨਿਆਏ ਬਹੁ ਪ੍ਰਕਾਰ ਦੇ ਦੱਸੇ ਨੇ ਸ਼ਾਸਤਰਾਂ 'ਚ, ਵਿਦਵਾਨਾਂ ਨੇ ਗ੍ਰੰਥਾਂ 'ਚ। ਉਸ਼ਟ ਲੱਕੜ ਨਿਆਏ ਹੈ, ਕੜਾ ਕੁੰਡਲ ਨਿਆਏ ਹੈ, ਬਹੁਤ ਸਾਰੇ ਨਿਆਏ ਨੇ। ਉਹਨਾਂ ਵਿੱਚੋਂ ਇੱਕ ਨਿਆਏ ਹੁੰਦਾ ਦੇਹਲੀ ਦੀਪਕ ਨਿਆਏ। ਦੀਵਾ ਦਰਵਾਜ਼ੇ ਦੀ ਦਹਲੀਜ਼ ਵਿੱਚ ਰੱਖ ਦਿਓ, ਉਹਦੀ ਰੋਸ਼ਨੀ ਕਮਰੇ ਦੇ ਅੰਦਰ ਵੀ ਆਏਗੀ, ਬਾਹਰ ਵੀ ਜਾਏਗੀ।
ਉਹਨੂੰ ਕਹਿੰਦੇ ਆ ਦੇਲੀ ਦੀਪਕ ਨਿਹਾਏ। ਇਸ ਕਰਕੇ ਇੱਥੇ ਜਿਹੜਾ ਤੁਮ ਸ਼ਬਦ ਹੈ ਵਿਸ਼ਰਾਮ ਇੱਥੇ ਲੱਗਣਾ, ਪਰ ਜੁੜਨਾ ਦੋਹੀਂ ਪਾਸੇ ਆ। ਸੁਣ ਸੁਣ ਜੀਵੈ ਦਾਸ ਤੁਮ, ਮਹਾਰਾਜ ਮੈਂ ਤੁਹਾਡਾ ਦਾਸ ਹਾਂ, ਸੁਣ ਸੁਣ ਕੇ ਜੀਵਦਾ ਹਾਂ। ਪੁੱਛਿਆ ਕੀ ਸੁਣ ਕੇ ਜੀਵਦੇ ਹੋ ਭਾਈ? ਤੁਮ ਬਾਣੀ ਜਨ ਆਖੀ, ਮਹਾਰਾਜ ਜਿਹੜੇ ਤੁਹਾਡੇ ਜਨ ਨੇ, ਉਹਨਾਂ ਤੁਹਾਡੇ ਜਨਾਂ ਨੇ ਜਿਹੜੀ ਬਾਣੀ ਕਹੀ ਹੈ ਨਾ, ਉਹਨਾਂ ਨੇ ਜਿਹੜੀ ਗੁਰਬਾਣੀ ਉਚਾਰਨ ਕੀਤੀ ਹੈ, ਭਗਤਾਂ ਨੇ ਜਿਹੜੀ ਬਾਣੀ ਉਚਾਰਨ ਕੀਤੀ ਹੈ, ਉਸ ਬਾਣੀ ਨੂੰ ਸੁਣ ਸੁਣ ਕੇ ਮੈਂ ਜੀਵਦਾ ਹਾਂ। ਮਹਾਰਾਜ ਤੁਹਾਡੇ ਜਨਾਂ ਨੇ ਜੋ ਬਾਣੀ ਆਖੀ ਹੈ, ਤੁਹਾਡੇ ਪਿਆਰਿਆਂ ਨੇ ਜਿਹੜੀ ਬਾਣੀ ਉਚਾਰਨ ਕੀਤੀ ਹੈ, ਉਸ ਬਾਣੀ ਨੂੰ ਸੁਣ ਸੁਣ ਕੇ ਮੈਂ ਜੀਵਦਾ ਹਾਂ। ਇਹਦਾ ਅਰਥ ਹੁੰਦਾ ਇਸ ਪੰਕਤੀ ਦਾ। ਨਿਰੰਕਾਰ ਦੇ ਪਿਆਰਿਆਂ ਦੀ ਜਿਹੜੀ ਬਾਣੀ ਹੈ ਗੁਰੂ ਖਾਲਸਾ ਜੀ, ਉਹ ਮੌਲੇ ਧਾਰ ਵਰਖਾ ਹੈ। ਸਮੁੰਦਰ ਦਾ ਪਾਣੀ ਭਾਵੇਂ ਬਹੁਤ ਹੈ, ਭਰਿਆ ਹੋਇਆ ਸਮੁੰਦਰ ਲਬਾਲਬ, ਪਰ ਉਹਦਾ ਪਾਣੀ ਖਾਰਾ ਨਾ ਪੀਣ ਦੇ ਕੰਮ ਆਉਂਦਾ, ਨਾ ਕਿਸੇ ਵਰਤਣ ਦੇ ਕੰਮ ਆਉਂਦਾ, ਇੱਥੋਂ ਤੱਕ ਨਹਾਣ ਦੇ ਕੰਮ ਵੀ ਨਹੀਂ ਆਉਂਦਾ। ਅਕਸਰ ਜਿਹੜੇ ਸਮੁੰਦਰ ਦੇ ਪਾਣੀ 'ਚ ਨਹਾਉਂਦੇ ਆ, ਉਹਨਾਂ ਨੂੰ ਬਾਅਦ ਵਿੱਚ ਫਿਰ ਸਾਫ਼ ਪਾਣੀ 'ਚ ਨਹਾਉਣਾ ਪੈਂਦਾ, ਕਿਉਂਕਿ ਸਮੁੰਦਰ ਦਾ ਪਾਣੀ ਖਾਰਾ। ਤੋ ਸਮੁੰਦਰ ਦਾ ਪਾਣੀ ਨਾ ਵਰਤਣ ਦੇ ਕੰਮ ਆਉਂਦਾ, ਨਾ ਪੀਣ ਦੇ ਕੰਮ ਆਉਂਦਾ, ਨਾ ਕੱਪੜੇ ਧੋਣ ਦੇ ਕੰਮ ਆਉਂਦਾ। ਉਹੀ ਸਮੁੰਦਰ ਦਾ ਪਾਣੀ ਜਦੋਂ ਭਾਫ ਬਣ ਕੇ ਉੱਡਦਾ ਹੈ ਤੇ ਫਿਰ ਉਹ ਮੀਂਹ ਦੇ ਰੂਪ 'ਚ ਵਰਸਦਾ ਹੈ। ਫਿਰ ਉਹ ਮੀਂਹ ਦੇ ਰੂਪ 'ਚ ਵਰਸਣ ਵਾਲਾ ਪਾਣੀ ਸਾਡੇ ਪੀਣ ਦੇ ਕੰਮ ਵੀ ਆ ਰਿਹਾ ਹੈ, ਇਸ਼ਨਾਨ ਦੇ ਕੰਮ ਵੀ ਆ ਰਿਹਾ ਹੈ, ਉਹ ਸਾਡੇ ਵਰਤਣ ਵਿੱਚ ਆ ਜਾਂਦਾ। ਪਾਣੀ ਤਾਂ ਉਹੀ ਹੈ ਨਾ। ਰੱਬ ਦਾ ਜਿਹੜਾ ਗਿਆਨ ਸੀ, ਉਹ ਲੋਕਾਂ ਨੇ ਬਹੁਤ ਮਹਿੰਗੇ ਔਖੇ ਗ੍ਰੰਥਾਂ ਦੇ ਵਿੱਚ ਸੰਸਕ੍ਰਿਤ ਭਾਸ਼ਾ ਦੇ ਵਿੱਚ ਵਰਣਨ ਕੀਤਾ। ਹੁਣ ਉਹ ਖਾਰਾ, ਨਾ ਕੋਈ ਪੜ੍ਹ ਸਕੇ ਸਹੀ ਤਰੀਕੇ ਨਾਲ, ਨਾ ਸੁਣ ਸਕੇ। ਹੁਣ ਉਹ ਖਾਰੇ ਸਮੁੰਦਰ ਵਰਗਾ ਜਿਹੜਾ ਗਿਆਨ ਸੀ, ਉਹ ਰੱਬ ਦੇ ਪਿਆਰੇ ਮਹਾਂਪੁਰਸ਼ਾਂ ਦੀ ਰਸਨਾ ਤੋਂ ਮੀਂਹ ਬਣ ਕੇ ਵਰਸਣ ਲੱਗਾ, ਜਿਹੜਾ ਸਾਰਿਆਂ ਵਾਸਤੇ ਕੰਮ ਤੇ ਕਰਨ ਲੱਗਾ, ਉਪਯੋਗੀ ਹੋਣ ਲੱਗਾ। ਜੋ ਸਮੁੰਦਰ ਵਾਂਗੂ ਖਾਰਾ ਸੀ, ਉਹ ਸਤਿਪੁਰਸ਼ਾਂ ਦੀ ਰਸਨਾ ਤੋਂ ਮੀਂਹ ਬਣ ਕੇ ਮਿੱਠਾ ਹੋ ਕੇ ਵਰਸਣ ਲੱਗ ਪਿਆ। ਤੋ ਰੱਬ ਦੇ ਪਿਆਰਿਆਂ ਨੇ ਜਿਹੜੀ ਬਾਣੀ ਕਹੀ ਹੈ, ਮਹਾਰਾਜ ਜੀ ਕਹਿੰਦੇ ਉਸ ਬਾਣੀ ਨੂੰ ਸੁਣ ਸੁਣ ਕੇ ਤੁਹਾਡਾ ਇਹ ਦਾਸ ਜੀਵਦਾ ਹੈ, ਕਿਉਂਕਿ ਉਹ ਬਾਣੀ ਜੀਵਨ ਦਾਨ ਦਿੰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀ ਭਗਤਾਂ ਦੀ ਬਾਣੀ ਹੈ, ਉਹ ਸਾਨੂੰ ਜੀਵਨ ਜਾਚ ਦਿੰਦੀ ਹੈ ਨਾ। ਇਹ ਵੀ ਤਾਂ ਰੱਬ ਦੇ ਪਿਆਰਿਆਂ ਦੀ ਬਾਣੀ ਹੈ। ਚਾਰ ਗੁਰਸਿੱਖਾਂ ਦੀ ਬਾਣੀ ਹੈ, ਭੱਟਾਂ ਦੀ ਬਾਣੀ ਹੈ, ਭਗਤਾਂ ਦੀ ਬਾਣੀ ਹੈ, ਸਾਰੇ ਰੱਬ ਦੇ ਪਿਆਰਿਆਂ ਜਨਾਂ ਦੀ ਜਿਹੜੀ ਬਾਣੀ ਗੁਰੂ ਕੀ ਬਾਣੀ ਹੈ, ਇਹ ਬਾਣੀ ਅੰਮ੍ਰਿਤ ਸਮਾਨ ਹੈ, ਔਰ ਇਹ ਬਾਣੀ ਸਾਨੂੰ ਜੀਵਨ ਦਾਨ ਦੇਣ ਵਾਲੀ ਹੈ। ਸਤਿਗੁਰਾਂ ਦੀ ਬਾਣੀ ਬਿਨਾਂ, ਰੱਬ ਦੇ ਪਿਆਰਿਆਂ ਦੀ ਬਾਣੀ ਤੋਂ ਬਿਨਾਂ ਗੁਰੂ ਖਾਲਸਾ ਜੀ ਸੁਚੱਜੇ ਜੀਵਨ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ। ਇਸ ਕਰਕੇ ਕਹਿੰਦੇ ਮਹਾਰਾਜ ਤੁਹਾਡੇ ਦਾਸ, ਤੁਹਾਡੇ ਰੱਬ ਦੇ ਮਹਾਰਾਜ ਜਿਹੜੇ ਪਿਆਰੇ ਨੇ, ਉਹਨਾਂ ਦੀ ਬਾਣੀ ਨੂੰ ਸੁਣ ਸੁਣ ਕੇ ਅਸੀਂ ਜੀਵਦੇ ਹਾਂ। ਪ੍ਰਗਟ ਭਏ ਸਭ ਲੋ ਮਹਿ ਸੇਵਕ ਕੇ ਰਾਖੇ। ਮਹਾਰਾਜ ਸੰਸਾਰ ਦੇ ਸਾਰੇ ਲੋਆਂ ਵਿੱਚ ਇਹ ਗੱਲ ਵਿਦਿਤ ਹੈ, ਪ੍ਰਗਟ ਹੈ। ਕਿਹੜਾ ਬਚਨ ਪ੍ਰਗਟ ਹੈ ਭਲਾ? ਕਿ ਮਹਾਰਾਜ ਜੀ ਤੁਸੀਂ ਆਪਣਿਆਂ ਸੇਵਕਾਂ ਦੀ ਪੈਜ ਰੱਖੀ। ਇਹ ਗੱਲ ਸਾਰੇ ਲੋਕਾਂ ਵਿੱਚ ਪ੍ਰਗਟ ਹੈ ਕਿ ਤੁਸੀਂ ਆਪਣਿਆਂ ਸੇਵਕਾਂ ਦੀ, ਆਪਣਿਆਂ ਜਨਾਂ ਦੀ ਪੈਜ ਰੱਖਦੇ ਹੋ। ਉਹ ਰੱਖੀ ਹੈ। ਕਿੰਨੇ ਮਹਾਂਪੁਰਸ਼, ਕਿਤਨੇ ਗੁਰਸਿੱਖ ਨੇ
ਜਿਨ੍ਹਾਂ ਦੀ ਪੈਜ, ਜਿਨ੍ਹਾਂ ਦੀ ਪੱਤ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਨੇ ਰੱਖੀ ਹੈ। ਇਹਦੇ 'ਚ ਕੋਈ ਦੋ ਰਾਏ ਤਾਂ ਨਹੀਂ ਹੈ ਨਾ। ਭਗਤ ਪ੍ਰਹਿਲਾਦ ਜੀ ਦੀ ਰੱਖੀ ਹੈ, ਧਰੂ ਦੀ ਰੱਖੀ ਹੈ, ਭਾਈ ਸਾਹਿਬ ਭਾਈ ਬਿਧੀ ਚੰਦ ਜੈਸੇ ਮਹਾਪੁਰਸ਼ਾਂ ਦੀ ਰੱਖੀ ਹੈ, ਮੱਖਣ ਸ਼ਾਹ ਲੁਬਾਣੇ ਦੀ ਰੱਖੀ ਹੈ। ਤੇ ਜੇ ਹਿੰਦੁਸਤਾਨ ਦੇ ਬ੍ਰਾਹਮਣ ਪੰਡਤ ਇਕੱਠੇ ਹੋ ਕੇ ਆਏ ਨੇ ਤਾਂ ਉਹਨਾਂ ਦੀ ਰੱਖੀ ਹੈ। ਸਾਰੇ ਲੋਆਂ ਵਿੱਚ ਇਹ ਗੱਲ ਪ੍ਰਗਟ ਹੈ ਕਿ ਮਹਾਰਾਜ ਜਿਹੜਾ ਤੁਹਾਡੀ ਸ਼ਰਨ ਚ ਆਉਂਦਾ, ਤੁਹਾਡੇ ਸੇਵਕ ਨੇ, ਉਹਨਾਂ ਦੀ ਤੁਸੀਂ ਪੱਤ ਰੱਖਦੇ ਹੋ, ਉਹਨਾਂ ਦੀ ਪੈਜ ਰੱਖਦੇ। ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ। ਜਹ ਜਹ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠ ਧਾਵੈ। ਸੇਵਕ ਕੋ ਨਿਕਟੀ ਹੋਏ ਦਿਖਾਵੈ। अपने सेवक की आपे राखै, अपने सेवक की आपे राखै। अपने सेवक की आपे राखै, अपने सेवक की आपे राखै। अपने सेवक की आपे राखै, अपने सेवक की आपे राखै। अपने सेवक की आपे राखै, अपने सेवक की आपे राखै। आपे नाम जपावै, आपे नाम जपावै। 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 ਆਪਣੇ ਸੇਵਕਾਂ ਦੀ ਪੈਜ ਸਾਹਿਬ ਜੀ ਤੁਸੀਂ ਰੱਖਦੇ ਹੋ। ਇਹ ਬਚਨ ਸਾਰੇ ਲੋਆਂ ਵਿੱਚ ਪ੍ਰਗਟ ਹੈ। ਅਗਨ ਸਾਗਰ ਤੇ ਕਾਢਿਆ, ਪ੍ਰਭ ਜਲਨ ਬੁਝਾਏ। ਅੱਗ ਦੇਸ ਸਮੁੰਦਰ ਵਿੱਚੋਂ ਸਾਹਿਬ ਨੇ ਸਾਨੂੰ ਕੱਢ ਲਿਆ। ਸਾਡੇ ਅੰਦਰ ਜਿਹੜੀ ਤ੍ਰਿਸ਼ਨਾ ਦੀ ਅੱਗ ਬਲਦੀ ਸੀ, ਉਹ ਅੱਗ ਮੇਰੇ ਸਾਹਿਬ ਨੇ ਤਰਸ ਕਰਕੇ ਬੁਝਾ ਦਿੱਤੀ। ਕਿਸੇ ਵਸਤ ਦੀ, ਕਿਸੇ ਪਦਾਰਥ ਦੀ ਕਾਂਖਾ ਹੀ ਨਹੀਂ ਰਹੀ। ਅੱਗ ਦੇ ਸਮੁੰਦਰ ਚੋਂ ਕੱਢਿਆ ਸਤਿਗੁਰਾਂ ਨੇ ਸਾਨੂੰ। ਅੱਗ ਹੀ ਬਲ ਰਹੀ ਹੈ ਚਾਰੇ ਪਾਸੇ। ਕਿਜ ਨਾ ਸੁਝੈ, ਕਿਜ ਨਾ ਬੁਝੈ, ਦੁਨੀਆ ਗੁੱਝੀ ਭਾਹੇ। ਇਸ ਦੁਨੀਆ ਦੇ ਵਿੱਚ ਵਿਸ਼ੇ ਵਿਕਾਰਾਂ ਦੀ ਅੱਗ ਪ੍ਰਚੰਡ ਹੋ ਕੇ, ਪ੍ਰਬਲ ਹੋ ਕੇ ਜਲਾ ਰਹੀ ਹੈ। ਇਹ ਪਾਵਕ ਸਾਗਰ ਹੈ। ਅੱਗ ਦੇਸ ਸਾਗਰ ਤੋਂ, ਸਮੁੰਦਰ ਤੋਂ ਸਾਹਿਬ ਨੇ ਸਾਡੇ ਤੇ ਤਰਸ ਕਰਕੇ ਸਾਨੂੰ ਕੱਢ ਲਿਆ। ਔਰ ਜਿਹੜੀ ਜਲਨ ਸੀ ਅੰਦਰ, ਵਿਕਾਰਾਂ ਦੀ ਜਲਨ, ਤਪਸ਼, ਵਿਕਾਰਾਂ ਦੀ ਜਿਹੜੀ ਭਾਰੀ ਤਪਸ਼ ਜਾਂ ਤ੍ਰਿਸ਼ਨਾ ਦੀ ਜਿਹੜੀ ਅੱਗ ਸੀ, ਉਹ ਮਹਾਰਾਜ ਜੀ ਨੇ ਕਿਰਪਾ ਕਰਕੇ ਬੁਝਾ ਦਿੱਤੀ ਹੈ। ਅੰਮ੍ਰਿਤ ਨਾਮ ਜਲ ਸੰਚਿਆ, ਗੁਰ ਭੈ ਸਹਾਏ। ਪੁੱਛਿਆ ਜੀ ਉਸ ਤ੍ਰਿਸ਼ਨਾ ਦੀ ਅੱਗ ਨੂੰ ਜਾਂ ਉਹ ਵਿਕਾਰਾਂ ਦੀ ਜਲਨ ਨੂੰ ਕਿਵੇਂ ਬੁਝਾਇਆ? ਤਾਂ ਕਹਿੰਦੇ ਨਾਮ ਦੇ ਅੰਮ੍ਰਿਤ ਜਲ ਦਾ ਤਰੋਂਕਾ ਮਾਰ ਕੇ। ਅੰਮ੍ਰਿਤ ਨਾਮ ਜਲ ਸੰਚਿਆ, ਨਾਮ ਦੇ ਅੰਮ੍ਰਿਤ ਜਲ ਨਾਲ ਸਿੰਚਿਆ, ਨਾਮ ਦੇ ਅੰਮ੍ਰਿਤ ਜਲ ਦਾ ਤਰੋਂਕਾ ਦਿੱਤਾ। ਔਰ ਸਤਿਗੁਰੂ ਜੀ ਸਾਡੇ ਸਹਾਈ ਹੋਏ, ਮਦਦਗਾਰ ਹੋਏ। ਜਨਮ ਮਰਨ ਦੁੱਖ ਕਾਟਿਆ, ਸੁਖ ਕਾ ਥਾਨ ਪਾਇਆ। ਸਾਡਾ ਜਨਮ ਤੇ ਮਰਨ ਦਾ ਦੁੱਖ ਕੱਟ ਦਿੱਤਾ ਸਾਹਿਬ ਨੇ।
ਸੁਖ ਕਾ ਥਾਨ ਪਾਇਆ, ਸਾਨੂੰ ਸੁਖ ਦਾ ਥਾਂ ਪ੍ਰਾਪਤ ਹੋ ਗਿਆ। ਸੁਖ ਦਾ, ਜਿੱਥੇ ਸੁਖ ਹੀ ਸੁਖ ਹੈ, ਐਸਾ ਸੁਖ ਦਾ ਥਾਂ ਜਿਹਨੂੰ ਨਿਜ ਘਰ ਕਹਿੰਦੇ ਨੇ। ਨਿਜ ਘਰ ਦੇ ਆਤਮਿਕ ਸੁਖ ਦਾ ਥਾਂ ਉਹ ਸਾਨੂੰ ਪ੍ਰਾਪਤ ਹੋ ਗਿਆ। ਕਾਟੇ ਸਿਲਕ ਭ੍ਰਮ ਮੋਹ ਕੇ ਆਪਣੇ ਪ੍ਰਭ ਭਾਇਆ। ਜਿਹੜੀ ਸਾਡੇ ਗਲ ਦੇ ਵਿੱਚ ਫਾਈ ਪਈ ਹੋਈ ਸੀ ਨਾ, ਮੋਹ ਦੀ ਤੇ ਭਰਮ ਦੀ, ਭਰਮ ਤੇ ਮੋਹ ਦੀ ਫਾਈ ਨੂੰ ਸਤਿਗੁਰਾਂ ਨੇ ਕੱਟ ਦਿੱਤਾ ਤੇ ਸਾਡੇ ਜਿਹੜੇ ਕੀਤੇ ਹੋਏ ਕਰਮ ਸਨ ਉਹ ਸਾਡੇ ਪ੍ਰਭੂ ਨੂੰ ਭਾਣ ਲੱਗ ਪਏ ਨੇ, ਚੰਗੇ ਲੱਗਣ ਲੱਗ ਪਏ ਨੇ। ਜੋ ਮੈਂ ਕੀਤਾ ਜਾਂ ਜੋ ਕਰਦਾ ਹਾਂ ਉਹ ਮੇਰੇ ਸਾਹਿਬ ਨੂੰ ਭਾਉਣ ਲੱਗ ਪਿਆ, ਚੰਗਾ ਲੱਗਣ ਲੱਗ ਪਿਆ। ਔਰ ਮੇਰੇ ਗਲ ਵਿੱਚ ਪਾਈ ਹੋਈ ਜਿਹੜੀ ਫਾਹੀ ਸੀ ਮੋਹ ਦੀ ਤੇ ਭਰਮ ਦੀ, ਉਹ ਫਾਈ ਮੇਰੇ ਸਤਿਗੁਰਾਂ ਨੇ ਕੱਟ ਦਿੱਤੀ ਹੈ। ਮਤ ਕੋਈ ਜਾਣ ਹੋ ਅਵਰ ਕਛ, ਸਭ ਪ੍ਰਭ ਕੈ ਹਾਥ। ਮਤਾ ਕੋਈ ਇਹ ਜਾਣੇ ਕਿ ਕਿਸੇ ਹੋਰ ਦੇ ਹੱਥ ਵਿੱਚ ਵੀ ਕੁਝ ਹੈ। ਮਤਾ ਕਿਸੇ ਦੇ ਅੰਦਰ ਇਹ ਭੁਲੇਖਾ ਹੋਵੇ ਕਿ ਰੱਬ ਤੋਂ ਬਿਨਾਂ ਕਿਸੇ ਹੋਰ ਦੇ ਹੱਥ ਵਿੱਚ ਵੀ ਕੁਝ ਹੈ। ਕਹਿੰਦੇ ਇਹ ਭੁਲੇਖਾ ਆਪਣੇ ਹਿਰਦੇ ਚੋਂ ਕੱਢ ਦਿਓ, ਕਿਉਂਕਿ ਜੋ ਕੁਝ ਵੀ ਹੱਥ ਵਿੱਚ ਹੈ ਉਹ ਆਪਣੇ ਪ੍ਰਭੂ ਦੇ ਹੱਥ ਵਿੱਚ ਹੈ, ਉਹਦੇ ਕੰਟਰੋਲ 'ਚ ਹੈ। ਉਹਦੇ ਤੋਂ ਇਲਾਵਾ ਕਿਸੇ ਹੋਰ ਦੇ ਹੱਥ ਵਿੱਚ ਕੁਝ ਨਹੀਂ ਕਿ ਕੋਈ ਕੁਝ ਕਰ ਸਕੇ। ਕਿਸੇ 'ਚ ਕੋਈ ਤਾਣ ਨਹੀਂ, ਕਿਸੇ 'ਚ ਕੋਈ ਸਮਰੱਥਾ ਨਹੀਂ, ਨਾ ਕਿਸੇ ਦੇਵੀ, ਨਾ ਕਿਸੇ ਦੇਵਤੇ, ਨਾ ਕਿਸੇ ਪੈਗੰਬਰ। ਕੇਵਲ ਤਾਂ ਕੇਵਲ ਉਸ ਨਿਰੰਕਾਰ ਅਕਾਲ ਪੁਰਖ ਦੇ ਹੱਥ ਵਿੱਚ ਹੈ ਸਭ ਕੁਝ। ਉਹਦੇ ਤੋਂ ਬਿਨਾਂ ਕਿਸੇ ਦੂਜੇ ਦੇ ਹੱਥ 'ਚ ਉਹਨੇ ਕੁਝ ਦਿੱਤਾ ਹੀ ਨਹੀਂ ਹੈ। ਉਹਨੇ ਸਭ ਕੁਝ ਆਪਣੇ ਹੱਥ 'ਚ ਰੱਖਿਆ। ਦੂਜਾ ਕੋਈ ਸક્ષਮ ਹੀ ਨਹੀਂ ਹੈ, ਦੂਜਾ ਉਹਦੇ ਤੋਂ ਬਿਨਾਂ ਕੋਈ ਹੈ ਹੀ ਨਹੀਂ ਹੈ, ਤੇ ਫਿਰ ਕਿਸੇ ਦੂਜੇ ਦੇ ਹੱਥ ਵਿੱਚ ਉਹ ਕਿਵੇਂ ਤਾਕਤ ਫੜਾ ਦੇਵੇ। ਮੂਸਾ ਜੀ ਕਹਿਣ ਲੱਗੇ, ਭਗਵਾਨ ਜੀ, ਖੁਦਾ ਜੀ, ਤੁਸੀਂ ਸਾਰਿਆਂ ਨੂੰ ਪਾਲ ਦਿਓ, ਸਾਰੇ ਕੰਮ ਕਰ ਦਿਓ, ਮੈਂ ਤੁਹਾਡੀ ਮਦਦ ਕਰਦਾ। ਉਹ ਆਖਿਆ, ਭਾਈ ਮੇਰੇ ਕੰਮ ਮੈਂ ਹੀ ਕਰ ਸਕਦਾ, ਕੋਈ ਹੋਰ ਨਹੀਂ। ਨਹੀਂ ਮਹਾਰਾਜ, ਕੁਝ ਤਾਂ ਮੈਨੂੰ ਵੀ ਸੇਵਾ ਦਿਓ ਕਿ ਮੈਂ ਰੋਜੀ ਵੰਡ ਦਿਆ ਕਰਾਂ ਸਾਰਿਆਂ ਨੂੰ। ਕਹਿੰਦੇ ਇਹ ਤਾਂ ਸਭ ਤੋਂ ਔਖਾ ਕੰਮ ਹੈ। ਕਹਿੰਦਾ ਨਹੀਂ, ਮੈਂ ਹੀ ਕਰਦਾ। ਸਾਰੇ ਸੰਸਾਰ ਦੇ ਜੀਵਾਂ ਨੂੰ ਰੋਜੀ ਦੇ ਦਿੱਤੀ, ਇੱਕ ਵਿਕਾਰੀ ਨੂੰ ਨਹੀਂ ਦਿੱਤੀ। ਬੜਾ ਭਿਆਨਕ ਵਿਕਰਮੀ ਵਿਕਾਰੀ ਸੀ। ਖੁਦਾ ਨੇ ਆਖਿਆ, ਮੂਸਾ ਏਦਾਂ ਜੇ ਦਵੰਦ ਭਾਵ ਰੱਖੇਗਾ ਤੇ ਫਿਰ ਤਾਂ ਸੰਸਾਰ 'ਚ ਹਜ਼ਾਰਾਂ ਵਿਕਾਰੀ ਨੇ, ਲੱਖਾਂ ਵਿਕਾਰੀ ਨੇ, ਸਾਰੇ ਭੁੱਖੇ ਮਾਰਨੇ ਪੈਣਗੇ। ਪਰਮਾਤਮਾ ਦੀ ਨੀਤ ਇਹੀ ਹੈ ਕਿ ਉਹ ਦੋਖ ਵੇਖ ਕੇ ਵੀ ਦੇਂਦਿਆਂ ਹਾਰਦਾ ਨਹੀਂ। ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ। ਉਹ ਦੋਸ਼ ਵੇਖਦਾ ਵੀ ਹੈ ਪਰ ਦੇਂਦਿਆਂ ਹਾਰਦਾ ਨਹੀਂ, ਫਿਰ ਵੀ ਦਾਨ ਦਿੰਦਾ। ਤੋ ਅਕਾਲ ਪੁਰਖ ਪਰਮੇਸ਼ਰ ਤੋਂ ਬਿਨਾਂ ਕਿਸੇ ਹੋਰ ਦੇ ਹੱਥ ਵਿੱਚ ਕੁਝ ਵੀ ਨਹੀਂ। ਹਾਂਜੀ, ਸਰਬ ਸੁਖ ਨਾਨਕ ਪਾਏ, ਸੰਗ ਸੰਤਨ ਸਾਥ। ਸੰਤ ਜਨਾਂ ਦੀ ਸੰਗਤ ਕਰਕੇ, ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ ਮਹਾਰਾਜ ਜੀ ਕਹਿੰਦੇ ਮੈਂ ਸਾਰੇ ਸੁੱਖ ਪ੍ਰਾਪਤ ਕਰ ਲਏ ਨੇ। ਮੈਨੂੰ ਸਰਬ ਸੁੱਖਾਂ ਦਾ ਖਜ਼ਾਨਾ ਮਿਲ ਗਿਆ। ਕਿੱਥੇ? ਸਤਿਪੁਰਸ਼ਾਂ ਦੀ ਸੰਗਤ ਵਿੱਚੋਂ ਪ੍ਰਾਪਤ ਹੋ ਗਿਆ। ਸਤਿਪੁਰਸ਼ਾਂ ਦੇ ਸੰਗ ਦੇ ਵਿੱਚੋਂ ਮੈਨੂੰ ਸਾਰੇ ਸੁੱਖ ਪ੍ਰਾਪਤ ਹੋ ਗਏ ਨੇ।